ਵਾਹਿਗੁਰੂ ਸਾਹਿਬ ਜੀਓ। ਪੰਜ ਪਿਆਲੇ ਪੰਜ ਪੀਰ, ਛਟਾ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟਕੈ, ਮੂਰਤ ਹਰ ਗੋਬਿੰਦ ਸੁਵਾਰੀ। ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਨ ਵਾਰੂ ਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਬਹੁ ਪਰ ਉਪਕਾਰੀ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲਿਓ, ਵੱਡਿਆਂ ਭਾਗਾਂ ਵਾਲੇ ਹਾਂ ਜੀ। ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਗੁਰਦੇਵ ਪਾਤਸ਼ਾਹ ਜੀ ਦੀ ਮੁਬਾਰਕ ਹਜ਼ੂਰੀ ਵਿੱਚ ਜੁੜ ਕੇ ਸਤ ਸੰਗਤ ਦਾ ਆਨੰਦ ਮਾਣਦੇ ਹਾਂ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਇਤਿਹਾਸ ਨੂੰ ਆਓ ਆਪਾਂ ਸਾਰੇ ਰਲ ਮਿਲ ਕੇ ਆਪਸ ਦੇ ਅੰਦਰ ਸਾਂਝਾ ਕਰਨ ਦਾ ਯਤਨ ਕਰੀਏ। ਵਿਚਾਰਾਂ ਦੀ ਅਰਬਤਾ ਤੋਂ ਪਹਿਲਾਂ ਇੱਕੇ ਵਾਰ ਕਹਿਣ ਤੇ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਹੈ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਸਦਕੇ ਜਾਂਦਾ ਹਾਂ ਜੋ ਗੁਰੂ ਕੇ ਸਿੱਖ ਬੜੇ ਪਿਆਰ ਤੇ ਭਾਵਨਾ ਦੇ ਨਾਲ ਆਪਣੇ ਗੁਰੂਆਂ ਦੇ ਗੁਰਪੁਰਬਾਂ ਨੂੰ ਮਨਾਇਆ ਕਰਦੇ ਹਨ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 19 ਜੂਨ 1595 ਨੂੰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਹਿ ਸਤਿਕਾਰਯੋਗ ਮਾਤਾ ਗੰਗਾ ਜੀ ਦੀ ਕੁੱਖ ਵਿੱਚੋਂ ਗੁਰੂ ਕੀ ਵਡਾਲੀ ਵਿਖੇ ਹੋਇਆ ਹੈ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਵਧਾਈਆਂ ਦਿੱਤੀਆਂ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਬੱਚੇ ਦਾ ਨਾਮ ਸੰਸਕਾਰ ਜੋ ਹੈ ਉਹ ਕਰਨਾ ਕੀਤਾ ਹੈ ਜੀ। ਇਧਰੋਂ ਬਾਬਾ ਪ੍ਰਿਥੀ ਚੰਦ ਜੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਕਾ ਭਰਾ ਹੈ, ਉਹ ਮਾਰਨ ਦੀਆਂ ਚਾਲਾਂ ਜਿਹੜੀਆਂ ਨੇ ਉਹ ਚੱਲਣ ਲੱਗਾ ਹੈ। ਪਹਿਲੀ ਚਾਲ ਉਸਨੇ ਇਹ ਚੱਲੀ ਹੈ, ਆਪ ਅੰਮ੍ਰਿਤਸਰ ਦੀ ਧਰਤੀ ਤੇ ਬੈਠਾ ਹੈ। ਅੰਮ੍ਰਿਤਸਰ ਤੋਂ ਵਡਾਲੀ ਦੀ ਧਰਤੀ ਤੇ ਇੱਕ ਦਾਈ ਨੂੰ ਭੇਜਿਆ ਜਾਂਦਾ ਹੈ। ਉਹਦੇ ਥਣਾ ਨੂੰ ਜ਼ਹਿਰ ਲਾਇਆ ਗਿਆ ਤੇ ਕਿਹਾ ਜਾਂਦਾ ਹੈ ਕਿ ਜੇ ਕਿਤੇ ਇਹ ਜ਼ਹਿਰ ਬਾਲਕ ਹਰਗੋਬਿੰਦ ਨੂੰ ਤੂੰ ਪਿਆ ਦੇਵੇਂ, ਉਹਦੀ ਮੌਤ ਹੋ ਜਾਵੇਗੀ ਤੇ ਤੈਨੂੰ ਜਿੰਨਾ ਇਨਾਮ ਚਾਹੀਦਾ, ਧਨ ਚਾਹੀਦਾ, ਮੈਂ ਤੈਨੂੰ ਦੇਵਾਂਗਾ। ਕੇਵਲ ਇੱਥੇ ਬਸ ਨਹੀਂ, ਬਾਬਾ ਪ੍ਰਿਥੀ ਚੰਦ ਨੇ ਦੂਸਰੀ ਚਾਲ ਵੀ ਚੱਲੀ ਹੈ। ਛੇਵੇਂ ਪਾਤਸ਼ਾਹ ਨੂੰ ਖਤਮ ਕਰਨ ਦੇ ਵਾਸਤੇ ਸਪੇਰਾ ਵੀ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਜੀ ਦੇ ਨਾਲ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਬਾਬਾ ਪ੍ਰਿਥੀ ਚੰਦ ਨੇ ਤੀਸਰੀ ਚਾਲ ਫਿਰ ਚੱਲੀ ਹੈ। ਇੱਕ ਖਿਡਾਵੇ ਨੂੰ ਦਹੀਂ ਦੇ ਅੰਦਰ ਜ਼ਹਿਰ ਪਾ ਕੇ ਭੇਜਿਆ ਜਾਂਦਾ ਹੈ। ਇਤਿਹਾਸਕਾਰ ਕਹਿਣਾ ਕਰਦੇ ਆ ਕਿ ਇਹ ਜਾਤ ਦਾ ਬ੍ਰਾਹਮਣ ਸੀਗਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਧੱਕੇ ਦੇ ਨਾਲ ਜਬਰੀ ਦਹੀਂ ਖਵਾਉਣ ਦਾ ਯਤਨ ਕੀਤਾ ਹੈ, ਪਰ ਪਾਤਸ਼ਾਹ ਨੇ ਖਾਣ ਤੋਂ ਇਨਕਾਰ ਕੀਤਾ। ਇਹ ਬ੍ਰਾਹਮਣ ਨੂੰ ਸੂਲ ਦਾ ਰੋਗ ਪੈ ਗਿਆ ਤੇ ਇਸ ਦੀ ਮੌਤ ਹੋ ਗਈ ਸੀ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ 'ਚ ਕੀਤਾ ਗਿਆ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਸੂਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਲ ਪੀੜਤਾਂ ਦੇ ਸਮੇਂ ਦੇ ਮੁਤਾਬਕ ਬੜੀ ਅਣਥਕ ਸੇਵਾਵਾਂ ਕੀਤੀਆਂ। ਦਸਵੰਧ ਦੀ ਮਾਇਆ ਜਿਹੜੀ ਹੈ ਉਹ ਵਰਤੀ ਜਾਂਦੀ ਹੈ। ਆਪ ਪਾਤਸ਼ਾਹ ਹੱਥੀ ਸੇਵਾ ਕਰਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਰਬਲਾ ਜਿਹੜੀ ਹੈ ਉਸ ਵਕਤ ਬੜੀ ਛੋਟੀ ਹੈ। ਸਾਧ ਸੰਗਤ ਜੀ, ਇੱਕ ਬੇਨਤੀ ਕਰਾਂ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਦੇ ਪ੍ਰਕਾਸ਼ ਦੀ ਜਨਮ ਦੀ ਖੁਸ਼ੀ ਦੇ ਵਿੱਚ ਸ਼ੇਰਹੱਟਾ ਸਾਹਿਬ ਜਿਹੜਾ ਖੂਹ ਹੈ, ਲੋਕ ਭਲਾਈ ਦੇ ਕਾਰਜਾਂ ਦੇ ਵਾਸਤੇ ਪਾਤਸ਼ਾਹ ਨੇ ਉਹ ਵੀ ਲਗਵਾਇਆ ਹੈ। ਤੇ ਇਧਰੋਂ
ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਲ ਪੀੜਤਾਂ ਦੀ ਸੇਵਾ ਕਰਦੇ ਪਏ ਆ। ਛੇਵੇਂ ਪਾਤਸ਼ਾਹ ਦੀ ਉਮਰ ਛੋਟੀ ਹੈ, ਜਿਸ ਕਰਕੇ ਸਮੇਂ ਦੇ ਮੁਤਾਬਕ ਸ਼ੀਤਲਾ ਦਾ ਜਿਹੜਾ ਰੋਗ ਹੈ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਵੀ ਆ ਗਿਆ। ਲੋਕ ਆਏ ਪੰਚਮ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਮਹਾਰਾਜ ਸ਼ੀਤਲਾ ਦੀ ਕੋਈ ਦਵਾਈ ਨਹੀਂ ਕਰਾਣੀ ਚਾਹੀਦੀ। ਲੋਕ ਪੁਰਾਣੇ ਸਮੇਂ 'ਚ ਇਸ ਨੂੰ ਮਾਤਾ ਕਹਿੰਦੀ ਸੀ, ਚੇਚਕ ਦੇ ਰੋਗ ਨੂੰ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਵਾ ਦਾਰੂ ਕੀਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ ਜਿਹੜਾ ਉਹ ਨਵਾਂ ਨਰੂਆ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ 'ਚ ਸ਼ਬਦ ਵੀ ਉਚਾਰਨ ਕੀਤੇ ਆ, ਜਿਵੇਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ, ਸ਼ੀਤਲਾ ਠਾਕ ਰਹਾਈ ਵਿਗਣ ਗਏ ਹਰ ਨਾਈ। ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਕਰਾਨੇ ਦੇ ਸ਼ਬਦ ਉਚਾਰਨ ਕੀਤੇ ਆ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਰਬਲਾ 6 ਕੁ ਸਾਲਾਂ ਦੀ ਹੋਣ ਲੱਗੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਦਿਆ ਪੜ੍ਹਾਈ ਅਤੇ ਸ਼ਸਤਰ ਵਿਦਿਆ ਦੀ ਜਿਹੜੀ ਸਿਖਲਾਈ ਦੀ ਜ਼ਿੰਮੇਵਾਰੀ ਹੈ ਉਹ ਕੌਮ ਦੀ ਮਹਾਨ ਸ਼ਖਸੀਅਤ ਬਾਬਾ ਬੁੱਢਾ ਸਾਹਿਬ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੌਂਪੀ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਣ ਲੱਗੀ ਹੈ। ਉਸ ਤੋਂ ਪਹਿਲਾਂ 25 ਮਈ 1606 ਈਸਵੀ ਨੂੰ ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਤੇ ਆਪ 30 ਮਈ 1606 ਨੂੰ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਂਦੇ ਆ ਜੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ ਤੇ ਛੇਵੇਂ ਪਾਤਸ਼ਾਹ ਡਰੋਲੀ ਤੋਂ ਮੁੜ ਹੁਣ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਏ ਆ। ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 2 ਤਲਵਾਰਾਂ ਪਾਉਣ ਦੀ ਤਿਆਰੀ ਕੀਤੀ ਜਾਂਦੀ ਹੈ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਤਲਵਾਰਾਂ ਪਾਉਣ ਦੀ ਜ਼ਿੰਮੇਵਾਰੀ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਅੱਗੇ ਹੋ ਕੇ ਨਿਭਾਉਣੀ ਕੀਤੀ ਹੈ। 2 ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਾਈਆਂ ਤੇ ਜਿਨ੍ਹਾਂ ਨੂੰ ਢਾਡੀ ਨੱਥਾ ਤੇ ਅਬਦੁੱਲਾ ਨੇ ਗਾਇਨ ਕੀਤਾ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਜ ਮੇਰੀ ਪੀਰੀ ਦੇ ਮਾਲਕ ਹੋਏ। ਭਗਤੀ ਤੇ ਸ਼ਕਤੀ ਦਾ ਸੁਮੇਲ ਪ੍ਰਤੱਖ ਰੂਪ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ। ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਾਂਦੀ ਹੈ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਤਖਤ ਤੇ ਬਿਰਾਜਮਾਨ ਹੁੰਦੇ ਆ, ਸਿਰ ਤੇ ਕਲਗੀ ਸਜਾਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਸ਼ਸਤਰਧਾਰੀ ਫੌਜ ਜਿਹੜੀ ਹੈ ਉਹ ਤਿਆਰ ਹੋ ਕੇ ਖੜੀ ਹੋ ਚੁੱਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਿਰ ਦੀ ਸੁਰੱਖਿਆ ਵਧਾਈ ਹੈ, ਲੋਹਗੜ੍ਹ ਕਿਲੇ ਨੂੰ ਮਜ਼ਬੂਤ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਜਿਹੜੀ ਫੌਜ ਹੈ, ਜਦੋਂ ਲਾਹੌਰ ਦੇ ਸੂਬੇਦਾਰ ਤੱਕ ਬਾਤ ਪਹੁੰਚੀ ਹੈ, ਲਾਹੌਰ ਦੇ ਸੂਬੇਦਾਰ ਨੇ ਵਧਾ ਚੜਾ ਕੇ ਬਾਤਾਂ ਜਹਾਂਗੀਰ ਬਾਦਸ਼ਾਹ ਤੱਕ ਆਗਰੇ ਦੀ ਧਰਤੀ ਤੇ ਭੇਜਣੀਆਂ ਕੀਤੀਆਂ ਹਨ। ਲਿਖ ਕੇ ਜੀ ਕਿ ਆਪ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਹੈ। ਉਹਨਾਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਸਾਰੀਆਂ ਤਿਆਰੀਆਂ ਕੀਤੀਆਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਲੀ ਦੀ ਧਰਤੀ ਤੇ ਸੱਦਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਗਏ ਆ, ਜਿਵੇਂ ਇੱਥੇ ਆਪ ਜੀ ਮਜਨੂ ਕਾ ਟਿੱਲਾ ਗੁਰਦੁਆਰਾ ਸਾਹਿਬ ਦੇਖਦੇ ਹੋ। ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਹਾਂਗੀਰ ਦੇ ਨਾਲ ਮਿਲੇ ਆ। ਜਹਾਂਗੀਰ ਬਾਦਸ਼ਾਹ ਆਪ ਸ਼ਿਕਾਰ ਖੇਡਣ ਤੱਕ ਜਾਂਦਾ ਰਿਹਾ। ਇੱਕ ਵਾਰ ਦੀ ਘਟਨਾ ਹੈ ਕਿ ਸ਼ੇਰ ਦੇ ਮੂੰਹ ਦੇ ਵਿੱਚੋਂ ਜਹਾਂਗੀਰ ਬਾਦਸ਼ਾਹ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਬਚਾਉਣਾ ਕੀਤਾ ਹੈ ਜੀ। ਆਗਰੇ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਨੂੰ ਲੈ ਗਏ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦਰਸ਼ਨਾਂ ਦੇ ਵਾਸਤੇ ਇੱਥੇ ਇੱਕ ਗਰੀਬ ਸਿੱਖ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਘਾਹ ਦੀ ਪੰਡ ਇੱਕ ਟਕਾ ਰੱਖ ਕੇ ਲੋਕ ਤੇ ਪ੍ਰਲੋਕ ਦਾ ਸੁੱਖ ਜਿਹੜਾ ਹੈ ਉਹ ਹਾਸਲ ਕੀਤਾ ਹੈ। ਇੱਥੇ ਹੀ ਆਗਰੇ ਦੀ ਧਰਤੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਹੈ। ਜਿਹੜਾ ਗਵਾਲੀਅਰ ਦੇ ਕਿਲੇ ਦਾ ਦਰੋਗਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਪਾਤਸ਼ਾਹ ਦਾ ਬੜਾ ਸਤਿਕਾਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਨੇ। ਵਿਦਵਾਨ ਸੱਜਣਾ ਦੀ ਅਲੱਗ-ਅਲੱਗ ਰਾਏ ਵੇ। ਕੋਈ 2.25 ਮਹੀਨੇ ਦਾ ਸਮਾਂ ਦੱਸਦਾ ਹੈ, ਕੋਈ 2.25 ਮਹੀਨੇ ਤੋਂ ਲੈ ਕੇ 12 ਸਾਲ ਤੱਕ ਦਾ ਸਮਾਂ ਦੱਸਦਾ ਹੈ ਜੀ। ਖੈਰ, ਜਦੋਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਨੇ,
ਇਧਰੋਂ ਸਿੱਖ ਸੰਗਤਾਂ ਨੇ ਵਿਰੋਧ ਤੇ ਅੰਦਰ, ਜਿਵੇਂ ਅੱਜ ਕੱਲ ਆਪਾਂ ਪ੍ਰਭਾਤ ਫੇਰੀ ਵੇਖਦੇ ਆ, ਇਸ ਤਰੀਕੇ ਅਨੁਸਾਰ ਸੰਗਤਾਂ ਨੇ ਪ੍ਰਚਾਰ ਕਰਨੇ ਆਰੰਭ ਕੀਤੇ ਪੰਜਾਬ ਦੀ ਧਰਤੀ ਤੇ। ਉਹ ਪ੍ਰਚਾਰ ਫੇਰੀਆਂ ਗਵਾਲੀਅਰ ਦੇ ਕਿਲੇ ਤੱਕ ਪਹੁੰਚੀਆਂ, ਜਿਨ੍ਹਾਂ ਵਿੱਚ ਮੁਖੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਬਣੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਕਿਲੇ ਵਿੱਚ ਨੇ, ਉਸ ਕਿਲੇ ਦੀ ਪਰਿਕਰਮਾ ਕੀਤੀ ਜਾਂਦੀ ਹੈ। ਸਿਪਾਹੀ ਕਹਿੰਦੇ ਆ ਕਿ ਤੁਹਾਡੇ ਗੁਰੂ ਨੇ ਪਰਤ ਕੇ ਵਾਪਸ ਨਹੀਂ ਜੇ ਨਿਕਲਣਾ, ਤੁਸੀਂ ਆਪਣਾ ਨਵਾਂ ਗੁਰੂ ਲੱਭ ਲਵੋ। ਐਵੇਂ ਬਾਰ-ਬਾਰ ਇੱਥੇ ਆ ਕੇ ਸਮਾਂ ਨਾ ਅਜਾਈ ਗਵਾਵੋ। ਸਿੱਖ ਸੰਗਤਾਂ ਭਾਵਨਾ ਰੱਖਣ ਵਾਲੀਆਂ ਕਹਿੰਦੀਆਂ, ਨਹੀਂ ਸੱਜਣਾ, ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਉਂਦਿਆਂ ਇਕੱਲੇ ਵੇਖਿਆ, ਜਿਸ ਦਿਨ ਜਾਣਗੇ ਉਸ ਦਿਨ ਨਜ਼ਾਰਾ ਬੜਾ ਵੱਖਰਾ ਹੋਵੇਗਾ। ਖੈਰ, ਚੰਦੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਰਨ ਦੀਆਂ ਚਾਲਾਂ ਚੱਲਣ ਲੱਗਾ ਹੈ। ਉਹਨੂੰ ਪਤਾ ਹੈ ਕਿ ਗਵਾਲੀਅਰ ਦੇ ਕਿਲੇ ਵਿੱਚ ਨੇ, ਕਿਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾਉਣ ਦੀ ਵਿਉਂਤ ਜਿਹੜੀ ਹੈ ਉਹ ਬਣਾਏਗੀ। ਪਰ ਦਰੋਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ। ਪਾਤਸ਼ਾਹ ਤੱਕ ਖਾਣਾ ਨਾ ਪਹੁੰਚਾਇਆ ਗਿਆ, ਸਗੋਂ ਮਹਾਰਾਜ ਨੂੰ ਹੋਰ ਸੁਚੇਤ ਕੀਤਾ ਗਿਆ। ਇੱਥੇ ਬਸ ਨਹੀਂ, ਦੂਸਰੀ ਚਾਲ ਚੰਦੂ ਚੱਲਦਾ ਹੈ। ਆਪਣੇ ਪੁੱਤਰ ਧਰਮਚੰਦ ਨੂੰ ਇੱਕ ਚੋਲਾ ਦਿੰਦਾ ਹੈ। ਉਸ ਚੋਲੇ ਤੇ ਜ਼ਹਿਰ ਲਾਇਆ ਜਾਂਦਾ ਹੈ ਕਿ ਕਿਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਚੋਲਾ ਪਾ ਲੈਣਗੇ ਤੇ ਜ਼ਹਿਰ ਉਹਨਾਂ ਦੇ ਅੰਦਰ ਚਲਾ ਜਾਵੇਗਾ, ਬੋਡੀ ਨੂੰ ਸਪਰਸ਼ ਹੋਵੇਗਾ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਖਤਮ ਹੋਣਗੇ ਤੇ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਹੀਂ ਮਿਲੇਗੀ। ਪਰ ਦਰੋਗੇ ਨੇ ਇਹ ਚੋਲਾ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੱਕ ਨਾ ਪਹੁੰਚਣ ਦਿੱਤਾ। ਖੈਰ, ਸਮੇਂ ਦੇ ਮੁਤਾਬਕ ਜਾਗੀਰ ਬਾਦਸ਼ਾਹ ਬਿਮਾਰ ਹੋਇਆ। ਆਪਣੀ ਘਰਵਾਲੀ ਦੇ ਕਹਿਣ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਿਹਾ ਕਰ ਦਿੰਦਾ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਰਿਹਾ ਕੀਤਾ ਜਾਣਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਰਾਜਿਆਂ ਨੇ ਘੁੱਟ ਕੇ ਪਕੜੇ ਤੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ, ਜਦੋਂ ਆਪ ਜੀ ਇਸ ਅਸਥਾਨ ਤੇ ਨਹੀਂ ਸੀ ਆਏ, ਇਹ ਧਰਤੀ ਨਰਕ ਹੈ, ਤੇ ਜਦੋਂ ਆਪ ਜੀ ਇਸ ਅਸਥਾਨ ਤੇ ਬੈਠੇ ਹੋ, ਧਰਤੀ ਸਵਰਗ ਦਾ ਰੂਪ ਧਾਰਨ ਕਰ ਚੁੱਕੀ ਹੈ। ਪਾਤਸ਼ਾਹ, ਹੁਣ ਸਾਨੂੰ ਛੱਡ ਕੇ ਨਾ ਜਾਵੋ। ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਅਸੀਂ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਹੈ। ਟੋਟਲ ਰਾਜਿਆਂ ਦੀ ਗਿਣਤੀ ਸੀ 103। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਸਾਰੇ ਰਾਜਿਆਂ ਨੂੰ ਰਿਹਾ ਕੀਤਾ ਜਾਵੇਗਾ, ਅਸੀਂ ਤਾਂ ਕਿਲੇ ਚੋਂ ਬਾਹਰ ਨਿਕਲਾਂਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮਾਂ ਨੂੰ ਸਵੀਕਾਰ ਕੀਤਾ ਗਿਆ। ਜਹਾਂਗੀਰ ਬਾਦਸ਼ਾਹ ਨੇ ਕਿਹਾ 51 ਜਿਹੜੇ ਰਾਜੇ ਛੋਟੀਆਂ ਸਜ਼ਾਵਾਂ ਵਾਲੇ ਸਨ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਇੱਕਦਮ, ਤੇ ਜਿਹੜੇ 52 ਰਾਜੇ ਸਨ ਜਿਨ੍ਹਾਂ ਨੂੰ ਵੱਡੀਆਂ ਸਜ਼ਾਵਾਂ ਸਨ, ਮੌਤ ਤੱਕ ਉਹਨਾਂ ਨੂੰ ਜੇਲ੍ਹ ਵਿੱਚ ਕੈਦਖਾਨੇ ਵਿੱਚ ਰਹਿਣਾ ਸੀਗਾ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਪਾਤਸ਼ਾਹ ਆਪਣੀ ਚੋਲੇ ਦੀ ਕਲੀ ਪਕੜਾਓ, ਜਿਨ੍ਹਾਂ ਨੂੰ ਪਕੜਾ ਕੇ ਕੱਢ ਸਕਦੇ ਹੋ, ਤੁਹਾਨੂੰ ਰੋਕਿਆ ਨਹੀਂ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ 52 ਕਲੀਆਂ ਦਾ ਚੋਲਾ ਪਾਇਆ ਪਾਤਸ਼ਾਹ ਨੇ, ਤੇ ਗਵਾਲੀਅਰ ਦੇ ਕਿਲੇ ਵਿੱਚੋਂ ਆਪ ਰਿਹਾ ਜਿੱਥੇ ਹੁੰਦੇ ਆ, ਉੱਥੇ 103 ਰਾਜਿਆਂ ਨੂੰ ਰਿਹਾ ਕੀਤਾ। 52 ਰਾਜਿਆਂ ਨੂੰ ਆਪਣੇ ਚੋਲੇ ਦੀ ਕਲੀ ਪਕੜਾ ਕੇ ਬਾਹਰ ਕੱਢਿਆ। ਪਹਿਲੀ ਰਾਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਦਰੋਗੇ ਦੇ ਘਰ ਠਹਿਰੇ ਆ। ਬੜੀ ਭਾਵਨਾ ਦੇ ਨਾਲ ਪਾਤਸ਼ਾਹ ਦਾ ਸਤਿਕਾਰ ਕੀਤਾ ਉਸਨੇ। ਆਪਣੇ ਘਰ ਵਿੱਚ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਦੇਸੀ ਘਿਓ ਦੇ ਦੀਵੇ ਜਗਾਏ, ਜਿਵੇਂ ਆਪਾਂ ਦੀਪਮਾਲਾ ਕਹਿੰਦੇ ਆ ਸਾਧ ਸੰਗਤ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਤੋਂ ਬਾਅਦ ਪੰਜਾਬ ਦੀ ਧਰਤੀ ਵਾਲੇ ਪਾਸੇ ਪਹੁੰਚਦੇ ਆ। ਪੰਜਾਬ ਦੀ ਧਰਤੀ ਤੇ ਆ ਕੇ ਸਿੱਖੀ ਦਾ ਪ੍ਰਚਾਰ ਵਧਿਆ। ਚੰਦੂ ਦੀ ਮੌਤ ਜਿਹੜੀ ਹੈ ਉਹ ਵੀ ਪੰਜਾਬ ਦੀ ਧਰਤੀ ਤੇ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਇੱਕ ਬੇਨਤੀ ਆਈ। ਜਹਾਂਗੀਰ ਬਾਦਸ਼ਾਹ ਨੇ ਕਹਿ ਦਿੱਤਾ ਕਿ ਚੰਦੂ ਨੂੰ ਸਿੱਖਾਂ ਦੇ ਹਵਾਲੇ ਕੀਤਾ ਗਿਆ। ਬਾਬਾ ਗੁਰਦਿੱਤਾ ਤਿੰਨਾਂ ਨੇ ਆਪਣੇ ਕੜਛਾ ਸੀ ਜਿਹੜਾ ਉਹਨਾਂ ਦੇ ਪਾਸ, ਉਹ ਕੜਛਾ ਚੰਦੂ ਦੇ ਸਿਰ 'ਚ ਮਾਰਿਆ, ਕਿਉਂਕਿ ਉਸੇ ਕੜਛੇ ਦੇ ਜ਼ਰੀਏ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਉੱਤੇ ਗਰਮ ਰੇਤਾ ਪਾਇਆ ਜਾਂਦਾ ਸੀਗਾ। ਚੰਦੂ ਦੀ ਮੌਤ ਹੁੰਦੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੁੱਤਰ ਦੇ ਨਾਲ, ਬਾਬਾ ਗੁਰਦਿੱਤਾ ਜੀ ਦੇ ਨਾਲ, ਬਾਬਾ ਮਿਹਰਵਾਨ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਕੇ ਤਾਏ ਦਾ ਪੁੱਤਰ ਸੀ, ਬਾਬਾ ਪ੍ਰਿਥੀ ਚੰਦ ਦਾ ਪੁੱਤਰ, ਉਹਦੇ ਨਾਲ ਮੁਲਾਕਾਤ ਹੁੰਦੀ। ਬੜਾ ਸਮਝਾਉਣ ਦਾ ਯਤਨ ਕੀਤਾ ਗਿਆ, ਪਰ ਗੁਰੂ ਅਖਵਾਉਣ ਤਾਂ ਬਾਜ ਨਾ ਆਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੀ ਨਕਲ ਵੀ ਇਸ ਨੇ ਮਿਹਰਬਾਨ ਨੇ ਸਮੇਂ ਦੇ ਮੁਤਾਬਕ ਕੀਤੀ ਹੈ। ਮਾਝਾ, ਮਾਲਵਾ, ਦੁਆਬੇ ਦੀ ਧਰਤੀ ਤੇ ਪਾਤਸ਼ਾਹ ਨੇ ਧਰਮ ਦੇ ਪ੍ਰਚਾਰ ਕੀਤੇ। ਮਾਤਾ ਸੁਲੱਖਣੀ, ਤਿੰਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰਾਂ ਵਰਤਾਈਆਂ ਹਨ। ਜਦੋਂ ਪਾਤਸ਼ਾਹ
ਪੰਜਾਬ ਦੀ ਧਰਤੀ ਤੇ ਨੇ ਅੰਮ੍ਰਿਤਸਰ ਵਿਖੇ ਜਹਾਂਗੀਰ ਬਾਦਸ਼ਾਹ ਆਪਣੀ ਘਰਵਾਲੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਇਆ। ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ, ਨਤਮਸਤਕ ਹੋਇਆ ਪਾਤਸ਼ਾਹ ਨੂੰ। ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਿਰਾਜਮਾਨ ਹੋ ਕੇ ਉਪਦੇਸ਼ ਜਿਹੜੇ ਨੇ ਉਹ ਸਰਵਣ ਕੀਤੇ ਹਨ ਜੀ। ਕਸ਼ਮੀਰ ਦੀ ਧਰਤੀ ਦੀ ਯਾਤਰਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਰੰਭ ਕੀਤੀ। ਕਸ਼ਮੀਰ ਦੀ ਧਰਤੀ ਤੇ ਸਤਿਕਾਰਯੋਗ ਮਾਤਾ ਭਾਗਪਰੀ ਪਾਸੋਂ ਚੋਲਾ ਪਾਤਸ਼ਾਹ ਨੇ ਲਿਆ। ਭਾਈ ਕੱਟੂ ਸ਼ਾਹ ਨੂੰ ਸੇਵਾ ਦਾ ਉਪਦੇਸ਼ ਦਿੱਤਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਜਰਾਤ ਦੀ ਧਰਤੀ ਤੇ ਗਏ। ਬੀਬੀ ਕੋਲਾ ਜੀ ਦੇ ਨਾਲ ਇਹਨਾਂ ਦਾ ਮਿਲਾਪ ਹੁੰਦਾ ਹੈ। ਸੱਚੇ ਪਾਤਸ਼ਾਹ ਦੇ ਪਾਸ ਸਿੱਖ ਸੰਗਤਾਂ ਘੋੜੇ ਲੈ ਕੇ ਆਈਆਂ। ਸਮੇਂ ਦੇ ਮੁਤਾਬਕ ਰਾਹ ਦੇ ਵਿੱਚ ਸਰਕਾਰ ਦੇ ਲੋਕਾਂ ਨੇ ਘੋੜੇ ਖੋਏ ਵੀ, ਪਰ ਸਮੇਂ ਦੇ ਮੁਤਾਬਕ ਘੋੜੇ ਗੁਰੂ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਮੋੜ ਸ਼ੋਭਾਵਾਨ ਹੁੰਦੇ ਆ ਜੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵੀ ਹੋਇਆ। ਇਧਰੋਂ ਜਹਾਂਗੀਰ ਬਾਦਸ਼ਾਹ ਦਾ ਜਿਹੜਾ ਤਖਤਾ ਹੈ ਇਹ ਵੀ ਪਲਟਣ ਲੱਗਾ ਹੈ। ਸ਼ਾਹਜਹਾਨ ਤਖਤ ਦਾ ਮਾਲਕ ਬਣਿਆ, ਤਖਤ ਤੇ ਬੈਠਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਕੀਤੀ ਇਹਨਾਂ ਦਿਨਾਂ 'ਚ, ਤੇ ਕੀਰਤਪੁਰ ਸਾਹਿਬ ਦੀ ਨੀਂਹ ਰੱਖੀ ਆ। ਸਾਧ ਸੰਗਤ ਜੀ, ਕਿੱਡੀ ਕਮਾਲ ਦੀ ਗੱਲ ਹੈ। ਗੁਰੂ ਕਾਲ ਦੇ ਸਮੇਂ ਜਿਹੜੇ ਸ਼ਹਿਰ ਨਗਰ ਵਸਾਏ ਗਏ ਸਨ, ਉਹਨਾਂ ਦੇ ਨਾਮ ਕਿੰਨੇ ਪਿਆਰੇ ਹਨ। ਨਾਮਾਂ ਦੇ ਵਿੱਚੋਂ ਵੀ ਕਰਤਾਰ ਦੀ ਯਾਦ ਆਉਂਦੀ ਹੈ, ਜਿਵੇਂ ਕੀਰਤਪੁਰ ਸਾਹਿਬ, ਕਰਤਾਰਪੁਰ ਸਾਹਿਬ, ਆਨੰਦਪੁਰ ਸਾਹਿਬ, ਅੰਮ੍ਰਿਤਸਰ ਆਦਿ ਜਿਹੜੇ ਇਸ ਤਰੀਕੇ ਦੇ ਨਗਰ ਗੁਰੂ ਕਾਲ ਦੇ ਸਮੇਂ ਉਸਾਰੇ ਗਏ, ਉਹਨਾਂ ਦੇ ਨਾਮਾਂ ਦੇ ਵਿੱਚੋਂ ਵੀ ਕਰਤਾਰ ਦੀ ਯਾਦ ਆਉਂਦੀ ਹੈ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਹੀ ਬਾਬਾ ਅਟਲ ਰਾਏ ਜੀ ਜੋਤੀ ਜੋ ਸਮਾਉਂਦੇ ਆ, ਅਕਾਲ ਚਲਾਣਾ ਕਰ ਜਾਂਦੇ ਆ। ਮਾਤਾ ਗੰਗਾ ਜੀ ਦਾ ਅਕਾਲ ਚਲਾਣਾ ਹੁੰਦਾ ਹੈ ਤੇ ਬਾਬਾ ਸ਼੍ਰੀ ਚੰਦ ਦੇ ਨਾਲ ਛੇਵੇਂ ਪਾਤਸ਼ਾਹ ਦਾ ਮਿਲਾਪ ਹੋਇਆ। ਛੇਵੇਂ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ ਗਈ, ਮਹਾਰਾਜ ਕਿਰਪਾ ਕਰੋ ਆਪਣੇ ਪੁੱਤਰ ਦੀ ਬਾਹ ਪਕੜਾ ਦਿਓ। ਬਾਬਾ ਗੁਰਦਿੱਤਾ ਜੀ ਦੀ ਬਾਹ ਛੇਵੇਂ ਪਾਤਸ਼ਾਹ ਨੇ ਆਪ ਬਾਬਾ ਸ਼੍ਰੀ ਚੰਦ ਦੇ ਹੱਥ ਵਿੱਚ ਰੱਖਣੀ ਕੀਤੀ ਹੈ। ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਨੇ, ਬਾਬਾ ਧੀਰਮਲ ਤੇ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਲੇ ਗਿਆ। ਬਾਬਾ ਸ਼੍ਰੀ ਚੰਦ ਜੀ ਜੋਤੀ ਅਕਾਲ ਚਲਾਣਾ ਕਰ ਜਾਂਦੇ ਆ ਜੀ। ਇਸ ਤੋਂ ਬਾਅਦ ਡਰੋਲੀ ਵਿਖੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਪਹੁੰਚੇ। ਗੁਰੂ ਕੇ ਸਿੱਖਾਂ ਦਾ ਪਿਆਰ ਆਇਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਚੇਤੇ ਕੀਤਾ, ਪਾਤਸ਼ਾਹ ਕਿਰਪਾ ਕਰੋ, ਗਰਮੀ ਦੀ ਰੁੱਤ ਹੈ, ਸ਼ੀਤਲ ਜਲ ਹੈ, ਕਿਤੇ ਆਪ ਸਕੋ। ਤੇ ਪਾਤਸ਼ਾਹ ਨੂੰ ਜਿੰਨੇ ਵੀ ਧਿਆਨ ਕਰਕੇ ਚੇਤੇ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਾਸ ਪਹੁੰਚਿਆ। ਮਾਤਾ ਦਮੋਦਰੀ ਦਾ ਅਕਾਲ ਚਲਾਣਾ ਹੁੰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਅਕਾਲ ਚਲਾਣਾ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀਆਂ ਜਿਹੜੀਆਂ ਬਾਬਾ ਬੁੱਢਾ ਸਾਹਿਬ ਜੀ ਦੇ ਕਾਲ ਚਲਾਣੇ ਤੋਂ ਬਾਅਦ ਜੋ ਕਿਰਿਆਵਾਂ ਨੇ, ਰਸਮਾਂ ਨੇ, ਪਾਤਸ਼ਾਹ ਨੇ ਆਪ ਅਦਾ ਕੀਤੀਆਂ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖੋ ਸਾਧ ਸੰਗਤ ਜੀ, ਨਾਨਕ ਮਤੇ ਦੀ ਧਰਤੀ ਕਿੱਥੇ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਨਕ ਮਤਾ ਜਿਹੜਾ ਪਹਿਲਾਂ ਉੱਤਰ ਪ੍ਰਦੇਸ਼ ਵਿੱਚ, ਉੱਤਰਾਂਚਲ ਵਿੱਚ ਰਿਹਾ, ਜਿਵੇਂ ਅੱਜ ਕੱਲ ਉੱਤਰਾਖੰਡ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ। ਇਹ ਧਰਤੀ ਸੀ ਗੋਰਖ ਮਤੇ ਦੀ, ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੀ ਇਹ ਗੋਰਖ ਮਤਾ ਨਾਨਕ ਮਤਾ ਬਣ ਗਿਆ। ਇਸ ਅਸਥਾਨ ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ 500 ਘੋੜਸਵਾਰਾਂ ਦੇ ਨਾਲ ਪਹੁੰਚੇ। ਜਦੋਂ ਵਾਪਸ ਆਏ, ਮਹਾਰਾਜ ਸੱਚੇ ਪਾਤਸ਼ਾਹ ਰਿਸ਼ੀਕੇਸ਼ ਤੋਂ ਹੁੰਦੇ ਹੋਏ ਪਾਤਸ਼ਾਹ ਹਰਿਆਣੇ ਵਾਲੇ ਪਾਸੇ ਕੁਰਸ਼ੇਤਰ ਕੈਥਲ ਆਤ ਹੁੰਦੇ ਵਾਪਸ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਅੰਮ੍ਰਿਤਸਰ ਵਿਖੇ ਪਹੁੰਚਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਵਿਖੇ ਕੁਝ ਸਮਾਂ ਨਿਵਾਸ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਨਿਵਾਸ ਕਰਨ ਤੋਂ ਪਹਿਲਾਂ 4 ਜੰਗਾਂ ਲੜ ਚੁੱਕੇ ਨੇ। ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਜੰਗ ਰੋਲਾ ਜਿਹੜਾ ਨਗਰ ਹੈ ਸ਼੍ਰੀ ਹਰਗੋਬਿੰਦਪੁਰ ਦੇ ਲਾਗੇ, ਪਹਿਲੀ ਜੰਗ ਉੱਥੇ ਹੁੰਦੀ ਹੈ। ਦੂਸਰਾ ਜੰਗ ਅੰਮ੍ਰਿਤਸਰ ਦਾ ਜੰਗ ਜਿੱਥੇ ਅੱਜ ਕੱਲ ਖਾਲਸਾ ਕਾਲਜ ਹੈ। ਤੀਸਰਾ ਜੰਗ ਮਹਿਰਾਜ ਨੂੰ ਮਹਿਰਾਜ ਕਿਹਾ ਜਾਂਦਾ ਸੀਗਾ। ਚੌਥਾ ਜੰਗ ਕਰਤਾਰਪੁਰ ਸਾਹਿਬ ਦੀ ਧਰਤੀ ਦਾ ਹੈ। ਉਸ ਜੰਗ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸੁਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਆਪਣੀ ਤੇਗ ਦੇ ਜ਼ੋਰ ਵਿਖਾਏ ਸਨ ਜੀ।
ਕਰਤਾਰਪੁਰ ਸਾਹਿਬ ਦੇ ਜਗ ਤੋਂ ਬਾਅਦ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ। ਮਹਾਰਾਜ ਸੱਚੇ ਪਾਤਸ਼ਾਹ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ, ਧਰਮ ਪ੍ਰਚਾਰ ਦੇ ਕਾਰਜ ਕੀਤੇ। ਸਿੱਖਾਂ ਨੂੰ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਪਾਤਸ਼ਾਹ ਕੁਰੂਕਸ਼ੇਤਰ ਦੀ ਧਰਤੀ ਤੇ ਮੁੜ ਵਾਪਸ ਆਏ। ਇੱਥੇ ਬੜੇ ਵੱਡੇ ਗ੍ਰਹਿ ਲੱਗਿਆ ਕਰਦੇ ਸੀ, ਲੋਕ ਭਰਮਾਂ ਵਿੱਚ ਰੱਖਿਆ ਕਰਦੇ ਸੀ ਲੋਕਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਨੇ ਭਰਮਾਂ ਤੋਂ ਆਜ਼ਾਦ ਕੀਤਾ। ਬਾਬਾ ਗੁਰਦਿੱਤਾ ਜੀ ਦਾ ਅਕਾਲ ਚਲਾਣਾ ਹੋਇਆ ਤੇ ਬਾਬਾ ਧੀਰਮਾਲ ਦੀ ਪ੍ਰਤੱਖ ਈਰਖਾ ਸੀ ਜਿਹੜੀ, ਉਹ ਵੀ ਸਾਹਮਣੇ ਨਜ਼ਰ ਆਈ ਹੈ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਖੀਆਂ ਨੇ ਸਿੱਖ ਸੰਗਤਾਂ ਨੂੰ ਬਲਵਾਨ ਕੀਤਾ ਹੈ। ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪੀ। ਉਸ ਤੋਂ ਬਾਅਦ ਪਾਤਸ਼ਾਹ ਆਪ ਜੋਤੀ ਜੋ ਸਮਾਉਣ ਦੀ ਤਿਆਰੀ ਕਰਦੇ ਆ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਸਿੱਖਾਂ ਦੇ ਮਨਾਂ ਵਿੱਚੋਂ ਹਰ ਪ੍ਰਕਾਰ ਦੇ ਭਰਮ ਜਿਹੜੇ ਨੇ, ਭੁਲੇਖੇ ਜਿਹੜੇ ਨੇ, ਉਹ ਦੂਰ ਕੀਤੇ ਜਾਂਦੇ ਰਹੇ। ਜਿਵੇਂ ਸਵਰਗਾਂ ਦਾ ਲਾਲਚ ਦੇ ਕੇ ਸਿੱਖਾਂ ਨੂੰ, ਲੋਕਾਂ ਨੂੰ ਭਰਮਾਇਆ ਜਾਂਦਾ ਸੀ, ਪਰ ਗੜ੍ਹ ਸ਼ੰਕਰ ਦੇ ਰਹਿਣ ਵਾਲੇ ਭਾਈ ਤਿਲਕਾ ਜੀ ਨੇ ਇਸ ਪਾਜ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ। ਕਹਿਣਾ ਕੀਤਾ ਸੀ, ਗੁਰੂ ਸਾਹਿਬ ਦੇ ਚਰਨਾਂ ਤੋਂ ਇੱਕ ਨਹੀਂ ਹਜ਼ਾਰਾਂ ਸਵਰਗ ਵਾਰਨ ਵਾਸਤੇ ਤਿਆਰ ਆ। ਜੇ ਕੋਈ ਗਰੁੜ ਪੁਰਾਣ ਦੀ ਕਥਾ ਕਰਨ ਵਾਸਤੇ ਆਉਂਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਿੱਖ ਇਹ ਦੱਸਣਾ ਕਰਦੇ, ਪੰਡਤ ਜੀ, ਬ੍ਰਾਹਮਣ ਜੀ, ਕਿਉਂ ਸਾਲਾਂ ਦੀ ਗੱਲ ਕਰਦੇ ਪਏ ਹੋ? ਅਸੀਂ ਇੱਕ ਦਿਨ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਵਰਗਾਂ ਤੇ ਪਹੁੰਚ ਜਾਂਦੇ ਆ। ਕੋਈ ਸਿੱਖ ਕਹਿੰਦਾ ਅਸੀਂ ਇੱਕ ਦਿਨ ਵਿੱਚ ਕਿਉਂ, ਅਸੀਂ ਤੇ ਇੱਕ ਪਲ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਸਵਰਗਾਂ ਦਾ ਆਨੰਦ ਮਾਣਦੇ ਆ। ਕਿਉਂਕਿ ਗੁਰੂ ਸਾਹਿਬ ਦੇ ਚਰਨ, ਗੁਰੂ ਸਾਹਿਬ ਦੀ ਸੰਗਤ ਹੀ ਸਾਡੇ ਵਾਸਤੇ ਸਭ ਤੋਂ ਵੱਡਾ ਸਵਰਗ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰੂਹਾਨੀਅਤ ਦੀ ਮੂਰਤ ਹਨ ਜੀ, ਦਾਤਾ ਬੰਦੀ ਛੋੜ ਹਨ। ਜਿਸ ਨੇ ਵੀ ਪਾਤਸ਼ਾਹ ਨੂੰ ਮੇਰਾਂ ਦੇ ਸਾਏ ਨੂੰ ਚੇਤੇ ਕੀਤਾ। ਜੰਗ ਦੇ ਨਿਯਮ ਕਿੱਡੇ ਕਮਾਲ ਦੇ ਰਹੇ। ਜੰਗ ਪਾਤਸ਼ਾਹ ਇਦਾਂ ਲੜਦੇ ਸਨ ਜਿਵੇਂ ਮਾਨੋ ਕਿ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ, ਪਾਤਸ਼ਾਹ ਕਿਸੇ ਨੂੰ ਤਲਵਾਰ ਚਲਾਉਣੀ ਸਿਖਾਉਂਦੇ ਪਏ ਆ, ਸ਼ਸਤਰ ਚਲਾਉਣਾ ਸਿਖਾਉਂਦੇ ਪਏ ਆ। ਪੈਂਦੇ ਖਾਂ ਵਰਗਿਆਂ ਨੂੰ ਪਾਤਸ਼ਾਹ ਨੇ ਆਪ ਪਾਲਿਆ ਤੇ ਜਦੋਂ ਪੈਂਦੇ ਖਾਨ ਵਰਗਿਆਂ ਦਾ ਅੰਤ ਆਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਵੀ ਆਪਣੇ ਪੱਟਾਂ ਦੇ ਉੱਤੇ ਉਹਦੇ ਸਿਰ ਨੂੰ ਰੱਖਿਆ, ਢਾਲ ਦੀ ਛਾਂ ਕੀਤੀ ਤੇ ਪੈਂਦੇ ਖਾਨ ਨੂੰ ਕਿਹਾ, ਅੱਲਾ ਨੂੰ ਚੇਤੇ ਕਰ। ਉਹ ਕਹਿੰਦਾ, ਅੱਲਾ ਨੂੰ ਕੀ ਮੂੰਹ ਵਿਖਾਉਣਾ, ਅੱਲਾ ਤੇ ਮੇਰੇ ਸਾਹਮਣੇ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਪ ਪ੍ਰਤੱਖ ਬੈਠੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਅੱਖ ਕਿੱਡੀ ਕਮਾਲ ਦੀ ਹੈ, ਜਿਨ੍ਹਾਂ ਨੇ ਬਾਣੀ ਆਪਣੀ ਰਚਨਾਵਾਂ ਦੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸ਼ਖਸੀਅਤ ਨੂੰ ਅੰਕਿਤ ਕੀਤਾ। ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪਰਉਪਕਾਰ ਦੀ ਮੂਰਤ ਵੀ ਹਨ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਪਾਤਸ਼ਾਹ ਦੀ ਪਵਿੱਤਰ ਬਾਣੀ ਗੁਰਦੇਵ ਪਾਤਸ਼ਾਹ ਦੇ ਪਾਏ ਪੂਰਨੇ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣਨ। ਪਾਤਸ਼ਾਹ ਦੀ ਬਾਣੀ ਦਾ ਬਚਨ ਹੈ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਗੁਰੂ ਕੀ ਸਾਖੀ, ਗੁਰੂ का ਇਤਿਹਾਸ ਹੀ ਸਾਨੂੰ ਆਮ ਸਧਾਰਨ ਪੁੱਤਰਾਂ ਤੋਂ ਸੁਪੁੱਤਰ ਬਣਾਉਂਦਾ ਹੈ, ਤਾਂ ਕਿ ਸਾਡੇ ਸਭਨਾਂ ਦੇ ਹੋ ਜਾਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਛੁਤਨੀਆਂ ਬਿਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।